ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਪਿਆਰੀ ਸਾਧ ਸੰਗਤ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਕਰਤਾਰਪੁਰ ਦੇ ਇਰਦ ਗਿਰਦ ਘੋੜਿਆਂ ਅਤੇ ਜਵਾਨਾਂ ਦੀਆਂ ਹਜ਼ਾਰਾਂ ਲਾਸ਼ਾਂ ਨਾਲ ਜਦ ਬਹੁਤ ਬਦਬੂ ਫੈਲ ਗਈ ਤਾਂ ਗੁਰੂ ਜੀ ਨੇ ਭਾਈ ਬਿਧੀ ਚੰਦ ਨੂੰ ਕਿਹਾ ਕਿ ਇੱਥੇ ਬਹੁਤ ਬਦਬੂ ਫੈਲ ਗਈ ਹੈ, ਇਸ ਵਾਸਤੇ ਤੁਸੀਂ ਸਭ ਨੂੰ ਇੱਥੋਂ ਤੁਰਨ ਦੀ ਛੇਤੀ ਤਿਆਰੀ ਕਰਵਾਓ। ਆਗਿਆ ਅਨੁਸਾਰ ਭਾਈ ਬਿਧੀ ਚੰਦ ਨੇ ਗੁਰੂ ਜੀ ਦੇ ਮਹਿਲਾਂ ਦਾ ਸਭ ਸਮਾਨ ਗੱਡਿਆਂ ਉੱਤੇ ਲਦਵਾ ਕੇ ਅਤੇ ਮਾਤਾ ਨਾਨਕੀ ਜੀ ਅਤੇ ਮਰਵਾਹੀ ਜੀ ਨੂੰ ਪਰਿਵਾਰ ਸਹਿਤ ਡੋਲਿਆਂ ਅਤੇ ਰੱਥਾਂ ਵਿੱਚ ਬਿਠਾ ਦਿੱਤਾ। ਹੋਰ ਸਿੱਖ ਯੋਧੇ ਅਤੇ ਬਾਬਕ ਰਬਾਬੀ ਆਦਿ ਸਭ ਤਿਆਰ ਹੋ ਕੇ ਕੋਈ ਪੈਦਲ ਅਤੇ ਕੋਈ ਘੋੜੇ ਰੱਥਾਂ ਆਦਿ ਉੱਤੇ ਸਵਾਰ ਹੋ ਕੇ ਤੁਰ ਪਏ, ਪਰ ਧੀਰਮਲ ਆਪਣੀ ਮਾਤਾ ਸਹਿਤ ਕਰਤਾਰਪੁਰ ਹੀ ਰਿਹਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਉਸਨੇ ਆਪਣੇ ਪਾਸ ਰੱਖ ਲਈ। ਰਾਤ ਦੇ ਚੌਥੇ ਪਹਿਰ ਸਾਰਾ ਸੰਗ ਕੀਰਤਪੁਰ ਨੂੰ ਚੱਲ ਪਿਆ ਅਤੇ 2 ਘੜੀ ਦਿਨ ਰਹਿੰਦੇ ਨੂੰ ਸਤਲੁਜ ਨਦੀ ਤੋਂ ਪਾਰ ਹੋ ਕੇ ਦਿਨ ਦੇ ਡੁੱਬਣ ਨਾਲ ਕੀਰਤਪੁਰ ਪਹੁੰਚ ਗਏ। ਦੂਸਰੇ ਦਿਨ ਗੁਰੂ ਜੀ ਸਾਈਂ ਬੁੱਢਣ ਸ਼ਾਹ ਨੂੰ ਮਿਲਣ ਗਏ। ਬੁੱਢਣ ਸ਼ਾਹ ਸਮਾਧੀ ਵਿੱਚ ਬੈਠਾ ਹੋਇਆ ਸੀ। ਗੁਰੂ ਜੀ ਨੇ ਕਿਹਾ, ਸਾਈਂ ਜੀ ਨੇਤਰ ਖੋਲ੍ਹ ਕੇ ਵੇਖੋ। ਬੁੱਢਣ ਸ਼ਾਹ ਗੁਰੂ ਜੀ ਦੇ ਦਰਸ਼ਨ ਕਰਕੇ ਬੜਾ ਪ੍ਰਸੰਨ ਹੋਇਆ ਅਤੇ ਗੁਰੂ ਜੀ ਦੀ ਮਹਿਮਾ ਕਰਨ ਲੱਗਾ। ਉਪਰੰਤ ਗੁਰੂ ਜੀ ਆਪਣੇ ਡੇਰੇ ਆ ਗਏ ਅਤੇ ਸ੍ਰੀ ਗੁਰਦਿੱਤਾ ਜੀ ਬੁੱਢਣ ਸ਼ਾਹ ਨਾਲ ਗਿਆਨ ਗੋਸ਼ਟੀ ਕਰਨ ਵਾਸਤੇ ਬੈਠ ਗਏ। ਬੁੱਢਣ ਸ਼ਾਹ ਆਪਣਾ ਅੰਤ ਸਮਾਂ ਅਨੁਭਵ ਕਰਕੇ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਅਰਾਧਨਾ ਕਰਨ ਲੱਗਾ। ਅੰਤਰਜਾਮੀ ਗੁਰੂ ਜੀ ਇਸ਼ਨਾਨ ਪਾਣੀ ਕਰਕੇ ਬੁੱਢਣ ਸ਼ਾਹ ਪਾਸ ਪਹੁੰਚ ਗਏ। ਬੁੱਢਣ ਸ਼ਾਹ ਨੇ ਨਮਸਕਾਰ ਕੀਤੀ ਅਤੇ ਕਿਹਾ, ਆਪ ਧੰਨ ਹੋ ਜਿਨ੍ਹਾਂ ਨੇ ਮੇਰੇ ਅੰਤ ਸਮੇਂ ਦਰਸ਼ਨ ਦੇ ਕੇ ਮੈਨੂੰ ਕਿਰਤਾਰਥ ਕੀਤਾ ਹੈ। ਮੇਰੇ ਵੱਡੇ ਭਾਗ ਹਨ ਕਿ ਆਪ ਮੇਰੇ ਅੰਤ ਸਮੇਂ ਮੈਨੂੰ ਦਰਸ਼ਨ ਦੇ ਰਹੇ ਹੋ। ਉਸ ਉਪਰੰਤ ਬੁੱਢਣ ਸ਼ਾਹ ਗੁਰੂ ਜੀ ਨੂੰ ਨਮਸਕਾਰ ਕਰਕੇ ਪ੍ਰਿਥਵੀ ਦੇ ਆਸਣ ਉੱਤੇ ਲੇਟ ਗਿਆ ਅਤੇ ਇਸ 5 ਭੂਤਕ ਸਰੀਰ ਨੂੰ ਤਿਆਗ ਕੇ ਪਰਲੋਕ ਗਮਨ ਕਰ ਗਿਆ। ਕੀਰਤਪੁਰ ਵਿੱਚ ਦੀਵਾਨ ਲਗਾ ਕੇ ਸਿੱਖ ਸੰਗਤਾਂ ਨੂੰ ਨਾਮਦਾਨ ਦਾ ਉਪਦੇਸ਼ ਅਤੇ ਮਨੋਕਾਮਨਾਵਾਂ ਪੂਰੀਆਂ ਕਰਕੇ ਨਿਹਾਲ ਕਰਦੇ। ਕਦੀ ਕਦੀ ਜੰਗਲ ਵਿੱਚ ਜਾ ਕੇ ਮਿਰਗਾਂ ਅਤੇ ਪੰਛੀਆਂ ਦਾ ਸ਼ਿਕਾਰ ਕਰਦੇ। ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤ ਸੰਗਤਾਂ ਦੂਰ ਦੂਰ ਤੋਂ ਆਉਂਦੀਆਂ ਅਤੇ ਮਸੰਦ ਵੀ ਬਹੁਤ ਧਨ ਲਿਆ ਕੇ ਭੇਟਾ ਕਰਦੇ। ਸੰਗਤਾਂ ਦੀ ਆਵਾਜਾਈ ਨਾਲ ਗੁਰੂ ਦਰਬਾਰ ਵਿੱਚ ਸਦਾ ਹੀ ਮੇਲਾ ਲੱਗਾ ਰਹਿੰਦਾ। ਕਥਾ ਕੀਰਤਨ ਅਤੇ ਗੁਰੂ ਦਰਸ਼ਨਾਂ ਦੇ ਨਾਲ ਗੁਰੂ ਜੀ ਦਾ ਬੜਾ ਭਾਰੀ ਲੰਗਰ 8 ਪਹਿਰ ਚੱਲਦਾ ਰਹਿੰਦਾ। ਇੱਕ ਦਿਨ ਬਾਬਾ ਗੁਰਦਿੱਤਾ ਜੀ ਸਵੇਰੇ ਹੀ ਸ਼ਿਕਾਰ ਖੇਡਣ ਵਾਸਤੇ ਚੜ੍ਹ ਗਏ। ਬਾਬਾ ਜੀ ਦੇ ਇੱਕ ਸ਼ਿਕਾਰੀ ਨੇ ਹਿਰਨ ਦੇ ਭੁਲੇਖੇ ਇੱਕ ਗਊ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਗਊ ਦੇ ਮਾਲਕ ਪਹਾੜੀਏ ਨੂੰ ਜਦ ਪਤਾ ਲੱਗਾ ਤਾਂ ਪਹਾੜੀਆਂ ਨੇ ਸ਼ਿਕਾਰੀ ਨੂੰ ਫੜ ਕੇ ਕਿਹਾ ਕਿ ਅਸੀਂ ਆਪਣੀ ਗਊ ਲੈ ਕੇ ਹੀ ਇਸ ਨੂੰ ਛੱਡਾਂਗੇ। ਜਦ ਇਸ ਰੌਲੇ ਦਾ ਬਾਬਾ ਗੁਰਦਿੱਤਾ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਪਹਾੜੀਆਂ ਨੂੰ ਕਿਹਾ ਕਿ ਇਸ ਨੇ ਗਊ ਜਾਣ ਬੁੱਝ ਕੇ ਨਹੀਂ ਮਾਰੀ, ਅਚਾਨਕ ਹੀ ਹਿਰਨ ਦੇ ਭੁਲੇਖੇ ਮਰ ਗਈ ਹੈ, ਇਸ ਨੂੰ ਛੱਡ ਦਿਓ, ਮੋਈ ਹੋਈ ਜਿਉ ਨਹੀਂ ਸਕਦੀ। ਪਰ ਪਹਾੜੀਆਂ ਨੇ ਕਿਹਾ, ਆਪ ਗੁਰੂ ਜੀ ਦੇ ਪੁੱਤਰ ਕਲਾਵਾਨ ਹੋ, ਤੁਸੀਂ ਇਸ ਗਊ ਨੂੰ ਜਵਾ ਕੇ ਆਪਣੇ ਨੌਕਰ ਨੂੰ ਛਡਾ ਲਵੋ। ਇਹ ਝਗੜਾ ਸੁਣ ਕੇ ਬਾਬਾ ਜੀ ਨੇ ਵਿਚਾਰਿਆ ਕਿ ਭਾਵੇਂ ਕਰਾਮਾਤ ਵਿਖਾਉਣੀ ਗੁਰੂ ਘਰ ਦੇ ਵਿਰੁੱਧ ਹੈ, ਪਰ ਇਸ ਸਮੇਂ ਸਾਡੇ ਨੌਕਰ ਦਾ ਨਾਮ ਕਿਸੇ ਨਹੀਂ ਲੈਣਾ। ਸਾਰੇ ਇਹੀ ਕਹਿਣਗੇ ਕਿ ਗੁਰੂ ਜੀ ਦੇ ਪੁੱਤਰ ਨੇ ਗਊ ਨੂੰ ਮਾਰ ਕੇ ਮਹਾਪਾਪ ਕੀਤਾ ਹੈ, ਇਸ ਨਾਲ ਸਾਡਾ ਅਪਜਸ ਹੋਵੇਗਾ। ਇਹ ਵਿਚਾਰ ਕੇ ਬਾਬਾ ਜੀ ਨੇ ਨਿੰਮ ਦੇ ਬ੍ਰਿਛ ਦੀ ਇੱਕ ਛੜੀ ਫੜ ਕੇ ਗਊ ਨੂੰ ਲਾ ਕੇ ਆਖਿਆ, ਹੇ ਗਊ ਮਾਤਾ, ਨੀਂਦ ਨੂੰ ਤਿਆਗ ਕੇ ਪਹਿਲੇ ਵਾਂਗ ਘਾਸ ਪੱਠਾ ਖਾਓ। ਬਾਬਾ ਜੀ ਦੇ ਇਸ ਬਚਨ ਨਾਲ ਗਊ ਉੱਠ ਕੇ ਖੜੀ ਹੋ ਗਈ ਅਤੇ ਘਾਹ ਚੁਗਣ ਲੱਗ ਗਈ। ਉਸ ਉਪਰੰਤ ਜਦ ਇਸ ਗੱਲ ਦਾ ਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਨੇ ਸ੍ਰੀ ਗੁਰਦਿੱਤਾ ਜੀ ਨੂੰ ਕਿਹਾ, ਤੁਸਾਂ ਸ੍ਰੀ ਅਟਲ ਰਾਏ ਵਾਂਗ ਹੀ ਅਯੋਗ ਕੰਮ ਕੀਤਾ ਹੈ। ਸ਼ਾਹ ਪਾਤਸ਼ਾਹਾਂ ਸਭ ਨੇ ਮਰਨਾ ਹੈ, ਕਿਸ ਕਿਸ ਨੂੰ ਜਵਾਓਗੇ? ਜੇ ਤੁਸੀਂ ਇਸ ਤਰ੍ਹਾਂ ਕਰਨਾ ਹੈ ਤਾਂ ਅਸੀਂ ਪ੍ਰਾਣ ਤਿਆਗ ਦਿੰਦੇ ਹਾਂ। ਗੁਰੂ ਪਿਤਾ ਜੀ ਦੇ ਇਹ ਬਚਨ ਸੁਣ ਕੇ
ਸ਼੍ਰੀ ਗੁਰਦਿੱਤਾ ਜੀ ਨੇ ਕਿਹਾ, ਮਹਾਰਾਜ ਆਪ ਜੀ ਦੇ ਹੁਕਮ ਨੂੰ ਮੰਨਣਾ ਹੀ ਯੋਗ ਹੈ, ਇਸ ਵਿੱਚ ਹੀ ਸਾਡਾ ਭਲਾ ਹੈ। ਉਸ ਉਪਰੰਤ ਸ਼੍ਰੀ ਗੁਰਦਿੱਤਾ ਜੀ ਨੇ ਗੁਰੂ ਪਿਤਾ ਜੀ ਦੀਆਂ 3 ਪਰਿਕਰਮਾਵਾਂ ਕਰਕੇ ਚਰਨਾਂ ਤੇ ਮੱਥਾ ਟੇਕਿਆ ਅਤੇ ਚੁੱਪ ਕਰਕੇ ਬਾਹਰ ਨਿਕਲ ਗਏ। ਬਾਬਾ ਬੁੱਢਣ ਸ਼ਾਹ ਜੀ ਦੇ ਅਸਥਾਨ ਦੇ ਨੇੜੇ ਪਹਾੜੀ ਉੱਤੇ ਚਲੇ ਗਏ ਅਤੇ ਆਪਣੇ ਹੱਥ ਵਾਲੀ ਨਿੰਮ ਦੀ ਛੜੀ ਧਰਤੀ ਵਿੱਚ ਗੱਡ ਕੇ ਆਸਣ ਉੱਤੇ ਬੈਠ ਗਏ। ਆਪਣੀ ਬਿਰਤੀ ਨੂੰ ਇਕਾਗਰ ਕਰਕੇ ਬਾਬਾ ਜੀ ਯੋਗ ਅਭਿਆਸ ਦੁਆਰਾ ਆਪਣੇ ਸਰੀਰ ਨੂੰ ਤਿਆਗ ਕੇ ਗੁਰਪੂਰੀ ਸੱਚਖੰਡ ਜਾ ਬਿਰਾਜੇ। ਜਦ ਇਸ ਗੱਲ ਦਾ ਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਸਿੱਖ ਸੇਵਕਾਂ ਨਾਲ ਪਹਾੜੀ ਉੱਤੇ ਗਏ। ਇਹ ਵੇਖ ਕੇ ਕਿ ਸ਼੍ਰੀ ਗੁਰਦਿੱਤਾ ਜੀ ਸਰੀਰ ਤਿਆਗ ਗਏ ਹਨ, ਸਭ ਨੂੰ ਧੀਰਜ ਦਿੱਤੀ ਅਤੇ ਚੰਦਨ ਚਿਖਾ ਤਿਆਰ ਕਰਕੇ ਉੱਥੇ ਹੀ ਸੰਸਕਾਰ ਕਰ ਦਿੱਤਾ। ਨਿੰਮ ਦੀ ਛੜੀ ਜਿਹੜੀ ਬਾਬਾ ਜੀ ਦੇ ਧਰਤੀ ਵਿੱਚ ਗੱਡੀ ਸੀ, ਉਸ ਪ੍ਰਥਾਏ ਗੁਰੂ ਜੀ ਨੇ ਬਚਨ ਕੀਤਾ, ਇਹ ਇੱਕ ਬੜਾ ਭਾਰੀ ਨਿੰਮ ਦਾ ਬ੍ਰਿਛ ਹੋਵੇਗਾ ਅਤੇ ਜਿਹੜਾ ਕੋਈ ਗੁਰਦਿੱਤਾ ਜੀ ਦੇ ਇਸ ਅਸਥਾਨ ਦੇ ਦਰਸ਼ਨ ਕਰੇਗਾ ਉਸ ਦੀਆਂ ਸਭ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।